ਭਾਗ 13ਵਾਂ ਬਲ ਦੇ ਦੀਵੇ। ਉਹਨੇ ਘਬਰਾ ਕੇ ਜਰੀਨਾ ਦੀ ਨਬਜ਼ ਫਿਰ ਵੇਖੀ ਤੇ ਨਰਸ ਨੂੰ ਕਿਹਾ, ਨਰਸ ਜਰਾ ਇੱਕ ਗਲਾਸ ਪਾਣੀ ਵਿੱਚ ਗਲੂਕੋਜ਼ ਮਿਲਾ ਕੇ ਜਲਦੀ ਨਾ ਦੇਣਾ। ਨਰਸ ਨੇ ਛੇਤੀ ਨਾਲ ਗਲੂਕੋਜ਼ ਘੋਲ ਕੇ ਪਾਣੀ ਦਾ ਗਲਾਸ ਉਸ ਨੂੰ ਫੜਾਇਆ। ਸਲੀਮ ਨੇ ਜਰੀਨਾ ਨੂੰ ਸਹਾਰਾ ਦੇ ਕੇ ਬਿਠਾਇਆ ਤੇ ਗਲੂਕੋਜ਼ ਵਾਲਾ ਪਾਣੀ ਇੱਕ ਇੱਕ ਘੁੱਟ ਕਰਕੇ ਪਿਲਾਉਣ ਲੱਗਾ। ਜਰੀਨਾ ਦੇ ਮੂੰਹ ਤੇ ਬੜੀ ਜਰਦੀ ਸੀ। ਸਲੀਮ ਨੇ ਨਰਸ ਤੇ ਸਾਹਿਬਾ ਨੂੰ ਕੁਝ ਸਵਾਲ ਪੁੱਛੇ ਤੇ ਉਹਨੂੰ ਇਹ ਪਤਾ ਲੱਗਾ ਕਿ ਅੱਜ ਸਾਰਾ ਦਿਨ ਜਰੀਨਾ ਨੂੰ ਬੜੀ ਬੇਚੈਨੀ ਰਹੀ ਸੀ। ਨਾਲੇ ਜਰੀਨਾ ਨੇ ਦੱਸਿਆ ਸੀ ਜੇ ਅੱਜ ਉਹਨੂੰ ਮੱਠੀ ਮੱਠੀ ਪੀੜ ਵੀ ਹੁੰਦੀ ਰਹੀ ਹੈ। ਸਲੀਮ ਨੇ ਨਰਸ ਕੋਲੋਂ ਸਰਿੰਜ ਉਬਲਵਾਈ ਤੇ ਤਾਕਤ ਦਾ ਟੀਕਾ ਲਗਾ ਦਿੱਤਾ। ਉਸ ਦਿਨ ਉਸ ਦਾ ਦਿਲ ਨਹੀਂ ਸੀ ਕਰਦਾ ਜੇ ਜਰੀਨਾ ਨੂੰ ਇਕੱਲਿਆਂ ਛੱਡ ਕੇ ਆਪਣੇ ਕਮਰੇ ਵਿੱਚ ਜਾਵੇ। ਉਹਨੂੰ ਫਿਕਰ ਸੀ ਅੱਜ ਰਾਤ ਨੂੰ ਹੀ ਉਸ ਦੇ ਘਰ ਬੱਚਾ ਹੋਣ ਵਾਲਾ ਏ। ਉਹਦਾ ਵੇਲਾ ਬੜਾ ਨੇੜੇ ਆ ਗਿਆ ਏ ਜਿਹੜਾ ਇੰਨੇ ਚਿਰ ਤੋਂ ਇੰਤਜ਼ਾਰ ਸੀ। ਥੋੜ੍ਹੇ ਚਿਰ ਪਿੱਛੋਂ ਜਰੀਨਾ ਦੀ ਹਾਲਤ ਜਰਾ ਚੰਗੀ ਹੋਈ ਤੇ ਸਲੀਮ ਉਹਦੇ ਪਲੰਘ ਤੇ ਕੋਲ ਕੁਰਸੀ ਢਾਹ ਕੇ ਬਹਿ ਗਿਆ। ਥੋੜ੍ਹੇ ਚਿਰ ਪਿੱਛੋਂ ਉਸਦੀ ਨਬਜ਼ ਵੇਖਦਾ ਰਿਹਾ, ਨਾਲੇ ਟੂਟੀਆਂ ਲਾ ਕੇ ਮੁਆਇਨਾ ਕਰਦਾ ਰਿਹਾ। ਜਰੀਨਾ ਦੇ ਵਜੂਦ ਵਿੱਚੋਂ ਉਹਦੇ ਆਪਣੇ ਦਿਲ ਦੇ ਇਲਾਵਾ ਦੋ ਨਿੱਕੇ ਨਿੱਕੇ ਦਿਲਾਂ ਦੀ ਧੜਕਣ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਪਈ ਸੀ। ਇੱਕ ਤੇ ਬੜੀ ਜ਼ੋਰ ਨਾਲ ਧੜਕ ਰਿਹਾ ਸੀ ਤੇ ਇੱਕ ਜਰਾ ਨਿੰਮਾ ਅੱਲਾ ਖੈਰ ਕਰੇ। ਇਹ ਹੌਲੀ ਹੌਲੀ ਧੜਕਣ ਵਾਲਾ ਨਿੱਕਾ ਜਿਹਾ ਦਿਲ ਕਿਧਰੇ ਬੰਦ ਹੀ ਨਾ ਹੋ ਜਾਵੇ। ਸਲੀਮ ਦਾ ਦਿਲ ਡੋਲ ਗਿਆ। ਉਹਦੇ ਮੱਥੇ ਤੇ ਪਸੀਨਾ ਆ ਗਿਆ। ਅੱਲਾ ਰਹਿਮ ਕਰੇ, ਇਹਦੀ ਹਾਲਤ ਕੁਝ ਚੰਗੀ ਨਹੀਂ ਦਿਸਦੀ। ਉਹਨੇ ਜਰੀਨਾ ਵੱਲ ਵੇਖਿਆ। ਉਹਦੇ ਮੱਥੇ ਤੇ ਥੋੜ੍ਹੇ ਚਿਰ ਪਿੱਛੋਂ ਪਸੀਨੇ ਦੇ ਕਤਰੇ ਆ ਜਾਂਦੇ ਸਨ। ਸਲੀਮ ਨੇ ਆਪਣੇ ਰੁਮਾਲ ਨਾਲ ਜਰੀਨਾ ਦਾ ਪਸੀਨਾ ਖੁਸ਼ਕ ਕੀਤਾ ਤੇ ਜਰੀਨਾ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਮਜ਼ਬੂਤੀ ਨਾਲ ਫੜ ਲਏ। ਉਹ ਉਸ ਵੇਲੇ ਆਪਣੀ ਪੂਰੀ ਰੂਹ ਤੇ ਦਿਲ ਤੇ ਜ਼ਹਿਨ ਦੇ ਪੱਕੇ ਇਰਾਦੇ ਨਾਲ ਜਰੀਨਾ ਨੂੰ ਹੌਸਲਾ ਦੇਣਾ ਚਾਹੀਦਾ ਸੀ। ਇਸ ਮੁਸ਼ਕਲ ਅਜ਼ਮਾਇਸ਼ ਵਿੱਚ ਉਹ ਉਹਦਾ ਗਮ ਵੰਡਾਉਣਾ ਚਾਹੁੰਦਾ ਸੀ। ਜਰੀਨਾ ਨੇ ਸਲੀਮ ਦੀਆਂ ਅੱਖਾਂ ਵਿੱਚ ਵੇਖਿਆ। ਉਹਨਾਂ ਖੂਬਸੂਰਤ ਅੱਖਾਂ ਦੇ ਵਿੱਚ ਉਸ ਵੇਲੇ ਫਿਕਰ ਝਾਤੀਆਂ ਮਾਰਦਾ ਪਿਆ ਸੀ ਤੇ ਖੌਫ ਵੀ, ਉਮੀਦ ਵੀ ਸੀ ਤੇ ਮਾਯੂਸੀਆਂ ਭਰਿਆ ਸਵਾਲ ਵੀ। ਉਸ ਨਾਜ਼ੁਕ ਵੇਲੇ ਸਲੀਮ ਦੀ ਬੇਪਨਾਹ ਮੁਹੱਬਤ ਤੇ ਹਮਦਰਦੀ ਜਰੀਨਾ ਵਾਸਤੇ ਵਾਹਿਦ ਸਹਾਰਾ ਬਣ ਗਈ। ਉਹ ਬਿਲਕੁਲ ਇੱਕ ਬੱਚੇ ਵਾਂਗਣ ਹਾਵਾਂ ਭਰ ਕੇ ਰੋਣ ਲੱਗ ਪਈ। ਜਰੀਨਾ ਖੁਦਾ ਦੇ ਵਾਸਤੇ ਹੌਸਲਾ ਕਰ, ਤੁਸੀਂ ਤੇ ਇੰਨੇ ਬਹਾਦਰ ਹੋ। ਮੈਂ ਤੁਹਾਡੇ ਕੋਲ ਹਾਂ, ਨਰਸ ਵੀ ਤੁਹਾਡੇ ਕੋਲ ਖੜੀ ਹੈ, ਡਰਨ ਦੀ ਕੋਈ ਲੋੜ ਨਹੀਂ। ਉਸੇ ਵੇਲੇ ਜਰੀਨਾ ਇੱਕ ਛੋਟੀ ਜਿਹੀ ਸਹਿਮੀ ਹੋਈ ਨਾਜ਼ੁਕ ਹਿਰਨੀ ਲੱਗਦੀ ਪਈ ਸੀ। ਹਵਾ ਦੇ ਵਿੱਚ ਉਹਦੇ ਮੂੰਹ ਵਿੱਚੋਂ ਇਹੋ ਦੋ ਲਫ਼ਜ਼ ਘੜੀ ਮੁੜੀ ਨਿਕਲਦੇ ਪਏ ਸਨ, ਨਜ਼ਮਾ, ਸਲਮਾ, ਡਾਕਟਰ ਜੀ। ਸਲੀਮ ਨੂੰ ਉਹਦੇ ਤੇ ਬੜਾ ਹੀ ਰਹਿਮ ਆਇਆ ਤੇ ਪਿਆਰ ਵੀ। ਵਿਚਾਰੀ ਮਜਬੂਰ ਤੇ ਨਾਜ਼ੁਕ ਜਰੀਨਾ, ਜਿਹਦੇ ਇਸ ਭਰੀ ਦੁਨੀਆ ਵਿੱਚ ਨਾ ਮਾਂ ਸੀ ਤੇ ਨਾ ਪਿਓ, ਨਾ ਭਰਾ ਤੇ ਨਾ ਭੈਣ। ਤੇ ਉਹਦਾ ਖਾਵੰਦ ਚੌਧਰੀ ਇਸ ਵੇਲੇ ਆਪਣੇ ਦੋਸਤਾਂ ਨਾਲ ਸ਼ਹਿਰ ਵਿੱਚ ਇੱਕ ਹੋਰ ਜਨਾਨੀ ਦੇ ਕੋਠੇ ਤੇ ਐਸ਼ ਉਡਾ ਰਿਹਾ ਸੀ। ਮੇਰੀ ਚੰਗੀ ਤੇ ਬਹਾਦਰ ਜਰੀਨਾ, ਇਹਦੇ ਵਿੱਚ ਰੋਣ ਦੀ ਕਿਹੜੀ ਗੱਲ ਹੈ? ਬਸ ਸਬਰ ਕਰੋ, ਇਨਸ਼ਾ ਅੱਲਾ ਸਭ ਠੀਕ ਹੋ ਜਾਵੇਗਾ। ਸਲੀਮ ਨੇ ਜਰੀਨਾ ਦੇ ਸਿਰ ਤੇ ਆਪਣਾ ਹੱਥ ਰੱਖ ਦਿੱਤਾ ਤੇ ਉਹਦੇ ਵਾਲਾਂ ਤੇ ਹੌਲੀ ਹੌਲੀ ਹੱਥ ਫੇਰਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਜਰੀਨਾ ਦੀਆਂ ਸਿਸਕਾਂ ਜਰਾ ਘੱਟ ਹੋਈਆਂ। ਉਸ ਵੇਲੇ ਉਹ ਦੋਵੇਂ ਆਪਣੀਆਂ ਗਲਤੀ ਨੂੰ ਭੁੱਲ ਗਏ ਸਨ। ਉਹ ਦੁਨੀਆ ਦੇ ਸਾਰੇ ਰਿਸ਼ਤਿਆਂ ਤੋਂ ਉੱਚੇ ਹੋ ਗਏ ਸਨ। ਉਹਨਾਂ ਦਾ ਉਸ ਵੇਲੇ ਇਸ ਤਰ੍ਹਾਂ ਆਪਸ ਰਿਸ਼ਤਾ ਸੀ ਜਿਵੇਂ ਇੱਕ ਤਾਰੂ ਦਾ ਇੱਕ ਡੁੱਬਦੇ ਹੋਏ ਆਦਮੀ ਨਾਲ ਹੁੰਦਾ ਏ। ਸਲੀਮ ਦਾ ਬਸ ਨਹੀਂ ਸੀ ਚੱਲਦਾ ਤੇ ਉਹਨੂੰ ਆਪਣੇ ਸੀਨੇ ਵਿੱਚ ਛੁਪਾ ਲਿਆ ਜਿੱਥੇ ਜਰੀਨਾ ਨੂੰ ਕਦੀ ਤੱਤੀ ਹਵਾ ਨਾ ਲੱਗੇ। ਉਸੇ ਵੇਲੇ ਉਸਨੂੰ ਨਰਸ ਰੌਸ਼ਨ ਦਾ ਵੀ ਡਰ ਨਹੀਂ ਸੀ ਤੇ ਨਾ ਹੀ ਇਹ ਖਿਆਲ ਸੀ ਜੇ ਸਾਹਿਬਾਂ ਵੇਖ ਕੇ ਕੀ ਆਖੂਗੀ।
ਥੋੜ੍ਹੀ ਦੇਰ ਪਿੱਛੋਂ ਜਰੀਨਾ ਦੀ ਤਬੀਅਤ ਵਿੱਚ ਜਰਾ ਜਿੰਨਾ ਕੁ ਸਕੂਨ ਆ ਗਿਆ। ਸਲੀਮ ਨੇ ਉਹਦੇ ਹੱਥ ਵਿੱਚ ਆਪਣੇ ਹੱਥ ਰੱਖੇ ਤੇ ਨਾਲੇ ਨਬਜ਼ ਵੇਖਦਾ ਰਿਹਾ। ਹੌਲੀ ਹੌਲੀ ਜਰੀਨਾ ਦੀਆਂ ਅੱਖਾਂ ਬੰਦ ਹੋਣ ਲੱਗੀਆਂ। ਸ਼ਾਇਦ ਸਾਰਾ ਦਿਨ ਜਿਹੜਾ ਫਿਕਰ ਉਹਦੇ ਇਸ ਦਿਮਾਗ 'ਤੇ ਰਿਹਾ ਸੀ, ਰੋਣ ਨਾਲ ਉਹਦਾ ਭਾਰ ਘਟ ਗਿਆ ਸੀ। ਉਹ ਸਾਰਾ ਦਿਨ ਸੌਂ ਹੀ ਨਹੀਂ ਸਕੀ ਸੀ। ਥੋੜ੍ਹੀ ਦੇਰ ਪਿੱਛੋਂ ਉਹਦੀ ਅੱਖ ਲੱਗ ਗਈ। ਸਲੀਮ ਨੇ ਨਰਸ ਰੌਸ਼ਨ ਨੂੰ ਇਸ਼ਾਰੇ ਨਾਲ ਬੁਲਾਇਆ ਤੇ ਉਸ ਨੂੰ ਕਾਗਜ਼ ਪਿਲਸਣ ਲਿਆਉਣ ਲਈ ਕਿਹਾ। ਨਰਸ ਨੇ ਆਪਣੀ ਮੇਜ਼ ਤੋਂ ਕਾਗਜ਼ ਪਿਲਸਣ ਨੂੰ ਫੜਾ ਦਿੱਤਾ। ਸਲੀਮ ਨੇ ਕੁਝ ਗੱਲਾਂ ਲਿਖ ਕੇ ਨਰਸ ਨੂੰ ਕਾਗਜ਼ ਵਾਪਸ ਕਰ ਦਿੱਤਾ। ਨਰਸ ਨੇ ਪੜ੍ਹਿਆ ਤੇ ਲਿਖਿਆ ਹੋਇਆ ਸੀ, मुंशी जी से कहो कि वह चौधरी साहब को जल्द व जल्द घर वापस बुला लें, ख्वाह वो कहीं भी हो, क्योंकि अगर ऑपरेशन भी करना पड़ा तो उनकी इजाज़त की ज़रूरत होगी। मुंशी जी अस्पताल में से ऑक्सीजन चेक और 2 खून की बोतलें मंगवा लें, जिनके लिए पहले से इंतज़ाम किया हुआ है। तीसरा, सहवा से कहो कि वह दोनों बच्चों को इस कमरे में न लेकर आएं। जब से सारे काम मुकम्मल हो जाएं, तब मुंशी जी से कहो कि वह मुझे यहाँ आकर मिले। 5वां, ऑपरेशन के लिए सभी जरूरी औजार उबाल कर तैयार करो। नर्स रोशन रुका ਫੜਦਿਆਂ ਹੀ ਬਿਜਲੀ ਵਾਂਗਣ ਤੇਜ਼ੀ ਨਾਲ ਕਮਰੇ ਵਿੱਚੋਂ ਬਾਹਰ ਨਿਕਲ ਗਈ। ਸਲੀਮ ਜਰੀਨਾ ਦੇ ਪਲੰਘ ਕੋਲ ਬੈਠਾ ਬੜੇ ਫਿਕਰਾਂ ਵਿੱਚ ਡੁੱਬ ਗਿਆ। ਜਰੀਨਾ ਵਿੱਚ ਬਿਲਕੁਲ ਹਿੰਮਤ ਨਹੀਂ, ਨਾਲੇ ਬੱਚੇ ਵੀ ਦੋਵੇਂ। ਉਹਨਾਂ ਦੀ ਪੈਦਾਇਸ਼ ਦੀ ਤਕਲੀਫ ਜਰੀਨਾ ਬਰਦਾਸ਼ਤ ਨਹੀਂ ਕਰ ਸਕੇਗੀ। ਹੁਣੇ ਨਰਸ ਆਉਂਦੀ ਏ, ਉਹਨੂੰ ਮੁਆਇਨੇ ਵਾਸਤੇ ਆਖਾਂਗਾ। ਜੇ ਵਕਤ ਬਿਲਕੁਲ ਪੂਰਾ ਹੋ ਗਿਆ ਏ ਤੇ ਆਪਰੇਸ਼ਨ ਕਰਕੇ ਇਸ ਅਜ਼ਮਾਇਸ਼ ਨੂੰ ਜਰੀਨਾ ਵਾਸਤੇ ਆਸਾਨ ਬਣਾ ਦੇਣਾ ਚਾਹੀਦਾ ਏ। ਪਰ ਜੇ ਚੌਧਰੀ ਸਾਹਿਬ ਨੇ ਇਜਾਜ਼ਤ ਨਾ ਦਿੱਤੀ ਜਾਂ ਉਹ ਵੇਲੇ ਸਿਰ ਨਾ ਆ ਸਕੇ, ਫਿਰ ਮੇਰਾ ਖਿਆਲ ਏ ਮੁੰਸ਼ੀ ਸਾਹਿਬ ਕੋਲੋਂ ਇਜਾਜ਼ਤ ਲੈ ਲਵਾਂਗਾ। ਆਖਰ ਸਾਰੀ ਜੰਗੀਰ ਦਾ ਕੰਮ ਉਹੀ ਸੰਭਾਲਦੇ ਨੇ, ਇਸ ਗੱਲ ਦੀ ਇਜਾਜ਼ਤ ਵੀ ਦੇ ਦੇਣਗੇ। ਸਲੀਮ ਹੌਲੇ ਨਾਲ ਕੁਰਸੀ ਤੋਂ ਉੱਠ ਕੇ ਖਲੋਤਾ ਤੇ ਹੌਲੀ ਹੌਲੀ ਕਦਮ ਰੱਖਦਾ ਹੋਇਆ ਕਮਰੇ ਦੀ ਬਾਰੀ ਦੇ ਸਾਹਮਣੇ ਜਾ ਖਲੋਤਾ। ਸਾਹਮਣੇ ਵਿਹੜੇ ਵਿੱਚ ਪਿੱਪਲ ਦਾ ਦਰਖਤ ਸੀ। ਬਾਕੀ ਬੂਟਿਆਂ ਤੇ ਬਹਾਰ ਆਈ ਹੋਈ ਸੀ, ਪਰ ਉਸ ਪਿੱਪਲ ਤੇ ਖਜ਼ਾ ਆਈ ਹੋਈ ਸੀ। ਉਹਦੇ ਸਾਰੇ ਪੱਤੇ ਹੇਠਾਂ ਡਿੱਗੇ ਪਏ ਸਨ ਤੇ ਇੱਕ ਇੱਕ ਕਰਕੇ ਪੱਤਰ ਡਿੱਗਦੇ ਰਹਿੰਦੇ ਪਏ ਸਨ। ਹਰ ਵਾਰੀ ਜਦੋਂ ਇੱਕ ਪੱਤਾ ਡਿੱਗਦਾ ਏ, ਸਾਡੀ ਹਯਾਤੀ ਓਨੀ ਹੋਰ ਮੁੱਕ ਜਾਂਦੀ ਏ। ਹਰ ਡਿੱਗਦਾ ਹੋਇਆ ਪੱਤਾ ਸਾਡੇ ਇਲਜ਼ਾਮ ਵੱਲ ਇੱਕ ਕਦਮ ਏ ਤੇ ਜਰੀਨਾ ਦੀ ਹਯਾਤੀ ਨਹੀਂ, ਉਹ ਨਹੀਂ ਮੁੱਕ ਸਕਦੀ। ਉਹਨੇ ਹਲੀ ਜ਼ਿੰਦਗੀ ਦਾ ਬੜਾ ਵੱਡਾ ਮਿਸ਼ਨ ਪੂਰਾ ਕਰਨਾ ਏ, ਦੂਰਾ ਮਿਸ਼ਨ। ਪਹਿਲੀ ਗੱਲ ਇਹ ਜੇ ਇਸ ਪਿੰਡ ਵਾਸਤੇ ਤੇ ਚੌਧਰੀ ਵਾਸਤੇ ਇੱਕ ਵਾਰਿਸ ਪੈਦਾ ਕਰਨਾ, ਜਿਹੜਾ ਇਸ ਪਿੰਡ ਦੀਆਂ ਨਸਲਾਂ ਨੂੰ ਅੱਗੇ ਵਧਾਵੇਗਾ। ਉਹ ਨਵੀਂ ਨਸਲ ਦਾ ਬੰਦਾ ਹੋਵੇਗਾ ਤੇ ਚੌਧਰੀ ਸਾਹਿਬ ਨਾਲੋਂ ਮੁਜ਼ਾਰਿਆਂ ਦੇ ਹੱਕ ਵਿੱਚ ਚੰਗਾ ਹੋਵੇਗਾ। ਬਹੁਤੇ ਸਕੂਲ ਬਣਵਾਵੇਗਾ, ਮੁਜ਼ਾਰਿਆਂ ਨੂੰ ਚੰਗੀ ਤਰ੍ਹਾਂ ਉਹਨਾਂ ਦੇ ਹਕੂਕ ਦੇਵੇਗਾ। ਉਹਦਾ ਦੂਸਰਾ ਮਿਸ਼ਨ ਇਹ ਹੋਵੇਗਾ, ਜੇ ਉਹ ਆਪਣੇ ਪੁੱਤਰ ਨੂੰ ਇਹ ਸਿਖਾਵੇਗੀ ਕਿ ਉਹ ਆਪਣੀਆਂ ਭੈਣਾਂ ਨੂੰ ਚੰਗੇ ਲੋਕਾਂ ਨਾਲ ਵਿਆਹੇਗਾ, ਤੇ ਫਿਰ ਇਸ ਪਿੰਡ ਵਿੱਚੋਂ ਸਰਦਾਰੀ ਨਿਜ਼ਾਮ ਜ਼ਰੂਰ ਮਿਟ ਜਾਵੇਗਾ। ਸਲੀਮ ਨੂੰ ਉਹ ਸ਼ਾਮ ਯਾਦ ਆ ਗਈ। ਇੱਕ ਦਿਨ ਉਹ ਜਰੀਨਾ ਦੇ ਕਮਰੇ ਵਿੱਚ ਆਇਆ ਤੇ ਉਹ ਇਕੱਲੀ ਲੇਟੀ ਹੋਈ ਸੀ। ਸਲੀਮ ਨੇ ਪੁੱਛਿਆ, ਅੱਜ ਸਾਹਿਬਾਂ ਤੇ ਨਜ਼ਮਾ ਕਿੱਥੇ ਨੇ? ਜਰੀਨਾ ਨੇ ਜਵਾਬ ਦਿੱਤਾ, ਨਜ਼ਮਾ ਨੂੰ ਰਾਤ ਤੋਂ ਬੁਖਾਰ ਹੈ। ਉਹਨੇ ਸਾਰਾ ਦਿਨ ਕੁਝ ਖਾਧਾ ਪੀਤਾ ਨਹੀਂ, ਸਾਰਾ ਦਿਨ ਰੋਂਦੀ ਰਹੀ। ਹਿਰਨੀ ਰੌਸ਼ਨ ਉਸਨੂੰ ਵੇਖਣ ਗਈ ਹੋਈ ਸੀ ਤੇ ਨਜ਼ਮਾ ਨੇ ਉਹਨੂੰ ਆਪਣੇ ਕੋਲ ਬਿਠਾ ਲਿਆ ਕਹਾਣੀ ਸੁਣਨ ਵਾਸਤੇ। ਸਾਹਿਬਾ ਨਹੀਂ ਦੱਸ ਕੇ ਗਈ। ਸਲੀਮ ਨੇ ਮਹਿਸੂਸ ਕੀਤਾ ਜਰੀਨਾ ਆਪਣੀਆਂ ਬੱਚੀਆਂ ਵਾਸਤੇ ਬਹੁਤ ਹੀ ਪਰੇਸ਼ਾਨ ਤੇ ਫਿਕਰਮੰਦ ਰਹਿੰਦੀ ਹੈ। ਸਲੀਮ ਨੂੰ ਬੜਾ ਦੁੱਖ ਪਹੁੰਚਿਆ। ਉਹ ਜਰੀਨਾ ਵਾਸਤੇ ਸਭ ਕੁਝ ਵੀ
ਬੀਤਿਤ ਨਹੀਂ ਵੀ ਕਰ ਸਕਦਾ। ਉਹਨੇ ਜਰੀਨਾ ਦਾ ਗਮ ਘਟਾਉਣ ਵਾਸਤੇ ਸੋਚਿਆ। ਉਹਦੇ ਪਲੰਘ ਕੋਲ ਕੁਰਸੀ 'ਤੇ ਬਹਿ ਕੇ ਆਪਣੇ ਬਚਪਨ ਦੀਆਂ ਸ਼ਰਾਰਤਾਂ ਦਾ ਹਾਲ ਸੁਣਾਉਣ ਲੱਗਾ। ਉਹ ਕਿਸ ਤਰ੍ਹਾਂ ਖੇਤਾਂ ਵਿੱਚ ਦਰੱਖਤਾਂ 'ਤੇ ਚੜ੍ਹ ਕੇ ਪਰਿੰਦਿਆਂ ਦੇ ਆਲ੍ਹਣਿਆਂ ਵਿੱਚੋਂ ਆਂਡੇ ਚੁਰਾ ਲੈਂਦੇ ਸੀ ਅਤੇ ਉਹਨਾਂ ਨੂੰ ਰੰਗ ਕੇ ਆਪਣੇ ਕਮਰੇ ਵਿੱਚ ਸਜਾਉਂਦਾ ਹੁੰਦਾ ਸੀ। ਇੱਕ ਵਾਰੀ ਕਾਂ ਦਾ ਆਂਡਾ ਨਿਕਲ ਆਇਆ। ਫਿਰ ਕਿਸ ਤਰ੍ਹਾਂ ਕਾਂ ਹਰ ਪਾਸੇ ਇਕੱਠੇ ਹੋ ਗਏ ਅਤੇ ਉਸਨੂੰ ਠੂੰਗਾ ਮਾਰਨ ਲੱਗ ਪਏ। ਸਲੀਮ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਲੋਕਾਂ ਨੇ ਵੀ ਉਹਨਾਂ ਨੂੰ ਕਾਮਾਂ ਤੋਂ ਬਚਾਇਆ। ਇਸੇ ਤਰ੍ਹਾਂ ਤਿਤਲੀਆਂ ਅਤੇ ਸ਼ਹਿਦ ਦੀਆਂ ਮੱਖੀਆਂ ਵਿੱਚ ਉਸਨੂੰ ਬੜੀ ਦਿਲਚਸਪੀ ਹੁੰਦੀ ਸੀ। ਇੱਕ ਵਾਰੀ ਕਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਉਸਨੂੰ ਚੁੰਬੜ ਗਈਆਂ ਸਨ। ਜਰੀਨਾ ਸਲੀਮ ਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਪਈ। ਸਲੀਮ ਨੂੰ ਇੰਝ ਲੱਗਾ ਕਈ ਦਿਨਾਂ ਦੇ ਹਨੇਰਿਆਂ ਦੇ ਪਿੱਛੋਂ ਸੂਰਜ ਦੀਆਂ ਸੁਨਹਿਰੀ ਕਿਰਨਾਂ ਸੋਨੇ ਦੀਆਂ ਤਾਰਾਂ ਵਾਂਗਣ ਹਰ ਪਾਸੇ ਲਹਿਰਾਂ ਮਾਰਨ ਲੱਗ ਪਈਆਂ ਨੇ। ਜਰੀਨਾ ਦੇ ਦੰਦ ਕਿੰਨੇ ਖੂਬਸੂਰਤ ਸਨ। ਉਹਦਾ ਹਾਸਾ ਕਿੰਨਾ ਪਿਆਰਾ ਤੇ ਮਿੱਠਾ ਸੀ। ਹੱਸਣ ਨਾਲ ਉਹਦੇ ਮੂੰਹ 'ਤੇ ਹਲਕੀ ਹਲਕੀ ਲਾਲੀ ਆ ਗਈ ਸੀ। ਉਹਦਾ ਹੁਸਨ ਚਮਕ ਉੱਠਿਆ ਸੀ। ਕਾਸ਼ ਜਰੀਨਾ ਇਸੇ ਤਰ੍ਹਾਂ ਹਰ ਵੇਲੇ ਹੱਸਦੀ ਰਹੇ। ਇਸ ਵੇਲੇ ਸੁੱਤਿਆਂ ਹੋਇਆਂ ਜਰੀਨਾ ਦਾ ਰੰਗ ਬੜਾ ਹੀ ਪੀਲਾ ਹੋ ਗਿਆ ਸੀ। ਸਲੀਮ ਬਾਰੀ ਵੱਲੋਂ ਉਹਦੇ ਪਲੰਘ ਕੋਲ ਆਇਆ ਅਤੇ ਉਹਦੀ ਨਬਜ਼ 'ਤੇ ਹੱਥ ਰੱਖਿਆ। ਇਹਦੇ ਵਿੱਚ ਖੂਨ ਦੀ ਬੜੀ ਕਮੀ ਹੋ ਗਈ ਏ। ਦਵਾਈਆਂ ਦਾ ਕੁਝ ਅਸਰ ਨਹੀਂ ਹੁੰਦਾ ਦਿਸਦਾ। ਖੁਰਾਕ ਵੀ ਬੜੀ ਥੋੜ੍ਹੀ ਖਾਂਦੀ ਏ। ਉਹਦੀ ਤਾਕਤ ਇਸੇ ਤਰ੍ਹਾਂ ਬੜੀ ਹੀ ਘੱਟ ਗਈ ਏ। ਫਿਰ ਹੁਣ ਕੀ ਹੋਵੇਗਾ? ਨਾਲੇ ਉਹਦੀ ਜ਼ਿੰਦਗੀ ਦੇ ਹੋਰ 2 ਹਯਾਤੀਆਂ ਦਾ ਮੁੱਢ ਵੱਜਿਆ ਹੋਇਆ ਹੈ। ਸਲੀਮ ਨੂੰ ਬੱਚਿਆਂ ਦੇ ਪੈਦਾਇਸ਼ ਦੇ ਵੇਲਾ ਖਿਆਲ ਆਇਆ ਅਤੇ ਉਹਦੇ ਜਿਸਮ ਵਿੱਚ ਅਜੀਬ ਲਹਿਰ ਜਿਹੀ ਦੌੜ ਗਈ। ਦਿਲ ਡੋਲ ਗਿਆ। ਪਤਾ ਨਹੀਂ ਕੀ ਹੋਵੇਗਾ। ਇੰਨੀ ਕਿਸਮਤ ਤੇ ਹੌਸਲੇ ਵਾਲਾ ਮਰਦ ਹੋ ਕੇ ਜਿਹਨੇ ਕਈ 100 ਕੇਸ ਕੀਤੇ ਹੋਏ ਸਨ। ਜਰੀਨਾ ਦੇ ਉਸ ਵੇਲੇ ਦਾ ਖਿਆਲ ਆਉਂਦਿਆਂ ਹੀ ਕੰਬ ਕਿਉਂ ਜਾਂਦਾ ਏ। ਸਲੀਮ ਨੇ ਆਪਣੇ ਆਪ ਨੂੰ ਸੰਭਾਲਿਆ। ਇਹ ਮੈਨੂੰ ਕੀ ਹੋ ਗਿਆ ਏ? ਜਰੀਨਾ ਤਾਂ ਕਿਸੇ ਹੋਰ ਦੀ ਇੱਜ਼ਤ ਏ। ਮੈਂ ਇੱਥੇ ਇਹਦਾ ਕੇਸ ਕਰਨ ਆਇਆ ਹੋਇਆ ਹਾਂ ਅਤੇ ਆਪਣਾ ਫਰਜ਼ ਪੂਰਾ ਕਰਦਿਆਂ ਹੀ ਵਾਪਸ ਚਲਾ ਜਾਵਾਂਗਾ। ਹਾਂ, ਸ਼ਾਇਦ ਵਾਪਸ ਲੰਡਨ ਦੇ ਹਸਪਤਾਲ, ਜਿੱਥੇ ਉਹ ਇੱਕ ਵਾਰੀ ਪਹਿਲਾਂ ਵੀ ਹਾਊਸ ਸਰਜਨ ਦੀ ਤਰ੍ਹਾਂ ਕੰਮ ਕਰ ਚੁੱਕਿਆ ਸੀ। ਨਰਸ ਜੋਜ਼ਫਿਨ ਉੱਥੇ ਹੀ ਹੋਵੇਗੀ। ਨੀਲੀਆਂ ਨੀਲੀਆਂ ਅੱਖਾਂ ਵਾਲੀ ਚਿੱਟੀ ਸਫੈਦ ਹਸਮੁਖ ਨਰਸ। ਉਹ ਦੋਵੇਂ ਕਿੰਨੀ ਛੇਤੀ ਇੱਕ ਦੂਜੇ ਨਾਲ ਘੁਲ ਮਿਲ ਗਏ ਸਨ। ਕ੍ਰਿਸਮਸ ਦੇ ਦਿਨਾਂ ਵਿੱਚ ਉਹ ਸਲੀਮ ਨੂੰ ਆਪਣੇ ਘਰ ਲੈ ਗਏ। ਉਹਦੇ ਮਾਂ-ਪਿਓ ਬੜੇ ਬੁੱਢੇ ਸਨ। ਉਹਦੇ ਚਿੱਟੇ ਦੁੱਧ ਵਾਂਗਣ ਵਾਲ ਤੇ ਦੋਨਾਂ ਦੇ ਮੂੰਹ ਉੱਤੇ ਬੇਸ਼ੁਮਾਰ ਝੁਰੜੀਆਂ ਪਈਆਂ ਹੋਈਆਂ ਸਨ। ਪਿਓ ਸਾਰਾ ਦਿਨ ਬਹਿ ਕੇ ਖੰਘਦਾ ਤੇ ਪਾਈਪ ਪੀਂਦਾ ਰਹਿੰਦਾ ਸੀ, ਪਰ ਮਾਂ ਬੜੀ ਹੁਸ਼ਿਆਰ ਸੀ। ਉਹ ਥੋੜ੍ਹੇ ਚਿਰ ਪਿੱਛੋਂ ਆਪਣੇ ਖਾਵੰਦ ਨੂੰ ਦਵਾਈਆਂ ਦੀ ਖੁਰਾਕ ਵੀ ਦਿੰਦੀ ਸੀ। ਘਰ ਦਾ ਸਾਰਾ ਕੰਮ ਵੀ ਕਰਦੀ ਸੀ। ਨਾਲੇ ਕਸੀਦਾਕਾਰੀ ਦੇ ਨਮੂਨੇ ਬਣਾ ਕੇ ਮਾਰਕੀਟ ਵਿੱਚ ਵੇਚ ਕੇ ਆਮਦਨੀ ਬਣਾਉਂਦੀ ਸੀ। ਸਲੀਮ ਤੇ ਜੋਜ਼ਫਿਨ ਸਾਰਾ ਦਿਨ ਸਮੁੰਦਰ ਦੇ ਸਾਹਿਲ 'ਤੇ ਸੈਰਾਂ ਕਰਦੇ ਤੇ ਪਿਕਨਿਕ ਮਨਾਉਂਦੇ ਰਹਿੰਦੇ ਸਨ। ਜੋਜ਼ਫਿਨ ਦੀ ਮਾਂ ਉਹਨਾਂ ਨੂੰ ਸੈਂਡਵਿਚ, ਬਿਸਕਿਟ ਤੇ ਕਾਫੀ ਨਾਲ ਦੇ ਦਿੰਦੀ ਸੀ। ਸ਼ਾਮ ਨੂੰ ਇਕੱਠੇ ਸੈਂਟਰ ਜਾਂਦੇ ਤੇ ਕਿਸੇ ਕਲੱਬ ਵਿੱਚ ਜਾ ਕੇ ਰਕਸ਼ ਕਰਦੇ ਹੁੰਦੇ ਸਨ। ਸਲੀਮ ਨੂੰ ਇੰਝ ਲੱਗਿਆ ਨਰਸ ਜੋਜ਼ੀਫਨ ਉਹਨਾਂ ਦੀਆਂ ਬਾਹਾਂ ਵਿੱਚ ਥਿਰਕ ਰਹੀ ਸੀ। ਉਹਦੇ ਨਰਮ ਤੇ ਗਰਮ ਜਿਸਮ ਦਾ ਅਹਿਸਾਸ ਇੰਨਾ ਜੀਦਾ ਜਾਗਦਾ ਲੱਗਦਾ ਸੀ। ਉਹਨੇ ਘਬਰਾ ਕੇ ਇੱਧਰ ਉੱਧਰ ਤੱਕਿਆ। ਉਹਦੀ ਨਿਗਾਹ ਸਾਹਮਣੇ ਪਲੰਘ 'ਤੇ ਲੇਟੀ ਹੋਈ ਜਰੀਨਾ 'ਤੇ ਪਈ। ਜਰੀਨਾ ਇਸ ਵੇਲੇ ਜਾਗਦੀ ਪਈ ਸੀ। ਉਹਦੀਆਂ ਹਿਆ ਤੇ ਨਾਲ ਝੁਕੀਆਂ ਹੋਈਆਂ ਸ਼ਰਮੀਲੀਆਂ ਅੱਖਾਂ 'ਤੇ ਰਜਾ ਤੇ ਮਿੱਸੀ ਤੋਂ ਬੇਨਿਆਜ਼ ਨਾਜ਼ੁਕ ਜਿਹਾ ਚਿਹਰਾ ਜੋਜ਼ਫਨ ਦੇ ਚਿਹਰੇ ਤੋਂ ਕਿੰਨਾ ਭਿੰਨ ਸੀ। ਉਹ ਬੜੇ ਗੌਰ ਨਾਲ ਸਲੀਮ ਵੱਲ ਵੇਖਦੀ ਪਈ ਸੀ। ਸਲੀਮ ਦਾ ਮੂੰਹ ਲਾਲ ਹੋ ਗਿਆ। ਉਹਦੇ ਦਿਮਾਗ ਨੇ ਉਹਦੀਆਂ ਯਾਦਾਂ ਨੇ ਹਜ਼ਾਰਾਂ ਮੀਲਾਂ ਦੀ ਛਲਾਂਗ ਇੱਕਦਮ ਮਾਰੀ ਸੀ। ਉੱਥੇ ਉਹ ਖੂਬਸੂਰਤ ਸਜਿਆ ਲਾਲ ਰੌਸ਼ਨੀਆਂ ਨਾਲ ਤੇ ਰੰਗਦਾਰ ਲਾਈਟਾਂ ਨਾਲ ਜਗਮਗਾ ਕਰਦਾ ਕਲੱਬ ਦਾ ਕਮਰਾ, ਹਾਈ-ਫਾਈ ਮਿਊਜ਼ਿਕ ਪਲੇਟਫਾਰਮ 'ਤੇ ਬੈਠੇ ਤੇ ਨਾਲ ਕੁਝ ਖੜ੍ਹੇ ਹੋਏ ਆਰਕੈਸਟਰਾ ਵਜਾਉਣ ਵਾਲੇ ਲੋਕ ਤੇ ਜੋਸ਼ ਨਾਲ ਹਿਲਦੇ ਹੋਏ ਜਿਸਮ। ਬੜੀ
ਬੜੀਆਂ ਸਜੀਆਂ ਹੋਈਆਂ ਕੁੜੀਆਂ ਫਰਾਕ ਪਾ ਕੇ ਸੁਰਖੀ ਪਾਊਡਰ ਤੇ ਮੇਕਅਪ ਕੀਤਾ ਹੋਇਆ, ਵਾਲ ਨਵੇਂ ਫੈਸ਼ਨ ਦੇ ਮੁਤਾਬਕ ਬਣਵਾਏ ਹੋਏ, ਸੂਟਾਂ ਵਾਲੇ ਮੁੰਡੇ, ਰੰਗ ਬਰੰਗੀਆਂ ਪੈਂਟਾਂ ਤੇ ਕਮੀਜ਼ਾਂ ਵਾਲੇ ਮੁੰਡੇ ਜਿਨ੍ਹਾਂ ਦੇ ਥਿਰਕਦੇ ਹੋਏ ਜਿਸਮਾਂ ਵਿੱਚੋਂ ਪਸੀਨੇ ਦੀ ਮਿਲੀ ਜੁਲੀ ਬੋ ਆਉਂਦੀ ਸੀ, ਜਿਨ੍ਹਾਂ ਦੇ ਸਾਹਾਂ ਵਿੱਚ ਸ਼ਰਾਬ ਤੇ ਸਿਰਕਟ ਦੀ ਬੋ ਰਚੀ ਹੋਈ ਸੀ। ਔਰਤਾਂ ਤੇ ਵੱਡੀ ਉਮਰ ਵਾਲੇ ਮਰਦ ਹੱਸਦੇ ਗੱਲਾਂ ਕਰਦੇ ਤੇ ਰਕਸ਼ ਕਰਦੇ ਹੋਏ, ਕੁਝ ਲੋਕ ਸ਼ਰਾਬ ਦੇ ਅਸਰ ਵਿੱਚ ਆ ਕੇ ਬਿਲਕੁਲ ਹੀ ਖੁੱਲ੍ਹੀਆਂ ਹਰਕਤਾਂ ਕਰਨ ਡਹਿ ਪੈਂਦੇ ਸਨ। ਤੇ ਕਿੱਥੇ ਇਹ ਖਾਮੋਸ਼ ਕਮਰਾ, ਬਾਹਰ ਦੂਰ ਤੱਕ ਫੈਲੇ ਹੋਏ ਖੇਤਾਂ ਦਾ ਸਨਾਟਾ ਤੇ ਦੁਬਲੀ ਪਤਲੀ ਜਰਦ ਜਰੀਨਾ, ਜਿਹੜੀ ਉਹਦੇ ਵੱਲ ਵੇਖ ਕੇ ਕੁਝ ਕਹਿੰਦੀ ਪਈ ਸੀ। ਕੀ ਹਾਲ ਹੈ ਜਰੀਨਾ? ਜਰੀਨਾ ਨੇ ਕਿਹਾ। ਡਾਕਟਰ ਸਾਹਿਬ, ਤੁਸੀਂ ਕਿੱਥੇ ਪਹੁੰਚੇ ਹੋਏ ਸੀ? ਤੁਹਾਡੇ ਮੂੰਹ ਤੇ ਇੱਕ ਰੰਗ ਆਉਂਦਾ ਸੀ ਤੇ ਇੱਕ ਜਾਂਦਾ ਸੀ। ਸਲੀਮ ਨੇ ਜਲਦੀ ਨਾਲ ਉਹਦੀ ਗੱਲ ਟੋਕ ਕੇ ਕਿਹਾ। ਮੈਂ ਬੜੀ ਖੁਸ਼ੀ ਨਾਲ ਇਹ ਸੋਚਦਾ ਪਿਆ ਹਾਂ, ਕੱਲ੍ਹ ਇਸ ਪਿੰਡ ਵਿੱਚ ਖੁਸ਼ੀਆਂ ਮਨਾਈਆਂ ਜਾਣਗੀਆਂ ਤੇ ਬਾਜੇ ਵੱਜਣਗੇ ਤੇ ਹੋਰ ਕੀ ਹੋਵੇਗਾ? ਜਰੀਨਾ ਨੇ ਪੁੱਛਿਆ। ਜਰੀਨਾ ਤੇ ਸਲੀਮ ਦੀਆਂ ਗੱਲਾਂ ਦਾ ਉਲਟਾ ਹੀ ਅਸਰ ਹੋਇਆ। ਉਹ ਇੱਕਦਮ ਹੋਰ ਵੀ ਪੀਲੀ ਹੋ ਗਈ, ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਡਾਕਟਰ ਸਾਹਿਬ, 2 ਕੁੜੀਆਂ ਹੋਰ ਹੋ ਗਈਆਂ ਤਾਂ ਫਿਰ ਕੀ ਹੋਵੇਗਾ? ਸਲੀਮ ਕੁਝ ਆਖਣ ਲੱਗਾ ਸੀ ਤੇ ਦਰਵਾਜ਼ੇ 'ਤੇ ਹਲਕੀ ਜਿਹੀ ਦਸਤਕ ਹੋਈ। ਨਾਲ ਹੀ ਰੋਸ਼ਨ ਨੇ ਅੰਦਰ ਆ ਕੇ ਸਲੀਮ ਨੂੰ ਕਿਹਾ, ਮੁੰਸ਼ੀ ਜੀ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਨੇ। ਸਲੀਮ ਨੇ ਕਮਰੇ ਵਿੱਚੋਂ ਬਾਹਰ ਕੇ ਦਰਵਾਜ਼ਾ ਬੰਦ ਕਰ ਦਿੱਤਾ। ਮੁੰਸ਼ੀ ਜੀ ਬੜੇ ਹੀ ਫਿਕਰਮੰਦ ਲੱਗ ਰਹੇ ਸਨ। ਇਸ ਵੇਲੇ ਉਹਨਾਂ ਦੇ ਮੂੰਹ 'ਤੇ ਫਿਕਰਾਂ ਦੀਆਂ ਲਹਿਰਾਂ ਹੋਰ ਵੀ ਗੂੜ੍ਹੀਆਂ ਹੋ ਗਈਆਂ ਸਨ। ਉਹਨਾਂ ਨੇ ਸਲੀਮ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ, ਸਲੀਮ ਪੁੱਤਰ, ਬਾਕੀ ਤਾਂ ਸਾਰੇ ਕੰਮ ਹੋ ਜਾਣਗੇ, ਪਰ ਹਰ ਪਾਸੇ ਆਪਣੇ ਬੰਦੇ ਦੌੜਾ ਦਿੱਤੇ ਨੇ। ਹੁਣੇ ਸਾਰਾ ਸਮਾਨ ਪਹੁੰਚ ਜਾਵੇਗਾ। ਤੈਨੂੰ ਯਾਦ ਹੋਵੇਗਾ ਮੈਂ ਖੂਨ ਦਾ ਇੰਤਜ਼ਾਮ ਕੀਤਾ ਹੋਇਆ ਏ। 1.5 ਘੰਟੇ ਤੱਕ 2 ਬੋਤਲਾਂ ਲੈ ਕੇ ਆ ਜਾਵੇਗਾ। ਪਰ ਚੌਧਰੀ ਸਾਹਿਬ, ਮੁੰਸ਼ੀ ਜੀ ਕੁਝ ਕਹਿੰਦੇ ਹੋਏ ਰੁਕ ਗਏ। ਸਲੀਮ ਸਮਝ ਗਿਆ, ਚੌਧਰੀ ਸਾਹਿਬ ਦਾ ਆਉਣਾ ਮੁਸ਼ਕਲ ਨਜ਼ਰ ਆਉਂਦਾ ਏ। ਉਹਨੇ ਮੁੰਸ਼ੀ ਜੀ ਨੂੰ ਕਿਹਾ, ਮੁੰਸ਼ੀ ਜੀ, ਤੁਸੀਂ ਮੇਰੇ ਪਿਓ ਦੀ ਥਾਂ 'ਤੇ ਹੋ। ਮੈਂ ਸੱਚ ਕਹਿਣਾ। ਜਿੰਨੀ ਚੰਗੀ ਤਰ੍ਹਾਂ ਤੁਸੀਂ ਇਸ ਮਾਮਲੇ ਨੂੰ ਸਮਝਦੇ ਹੋ, ਚੌਧਰੀ ਸਾਹਿਬ ਨੇ ਕਦੀ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਰੀਨਾ ਬੜੀ ਕਮਜ਼ੋਰ ਏ, ਉਹਦੇ ਵਿੱਚ ਨਾ ਖੂਨ ਹੈ ਤੇ ਨਾ ਹਿੰਮਤ। ਜੇ ਤੇ ਅਸੀਂ ਮਾਮਲਾ ਲੰਬਾ ਛੱਡ ਦਿੱਤਾ ਤਾਂ ਉਹ ਨਹੀਂ ਬਚ ਸਕੇਗੀ। ਮੇਰਾ ਖਿਆਲ ਏ ਜੇ ਉਹਦਾ ਆਪਰੇਸ਼ਨ ਹੋਵੇਗਾ, ਕਲੋਰੋਫਾਰਮ ਸੁੰਘਾਉਣ ਦਾ ਖਤਰਾ ਨਹੀਂ ਲੈਣਾ। ਮੈਂ ਉਹਨੂੰ ਬੇਹੋਸ਼ੀ ਦਾ ਟੀਕਾ ਲਾ ਦੇਵਾਂਗਾ, ਜਿਹਦੇ ਨਾਲ ਪੇਟ ਸੁੰਨ ਹੋ ਜਾਵੇਗਾ। ਰੱਬ ਕਰੇਗਾ ਤੇ ਆਪਰੇਸ਼ਨ ਕਾਮਯਾਬ ਹੋ ਜਾਵੇਗਾ। ਥੋੜ੍ਹੀ ਦੇਰ ਠਹਿਰ ਕੇ ਸਲੀਮ ਨੇ ਫਿਰ ਆਖਿਆ, ਮੁੰਸ਼ੀ ਜੀ, ਤੁਹਾਡੀ ਇਜਾਜ਼ਤ ਦਿਓ ਇੱਕ ਕਾਗਜ਼ 'ਤੇ ਲਿਖ ਕੇ। ਖੁਦਾ ਨਾ ਖਾਸਤਾ ਕੋਈ ਉੱਤੇ ਹੇਠ ਕੋਈ ਗੱਲ ਹੋ ਗਈ ਤਾਂ। ਸਲੀਮ ਦਾ ਗਲਾ ਭਰ ਗਿਆ ਤੇ ਉਹ ਚੁੱਪ ਹੋ ਗਿਆ। ਮੁੰਸ਼ੀ ਜੀ ਨੇ ਸਲੀਮ ਨੂੰ ਥਪਕੀ ਦਿੱਤੀ ਤੇ ਕਿਹਾ, ਸਲੀਮ ਪੁੱਤਰ, ਸਾਨੂੰ ਤੇ ਅੱਲਾ ਤੋਂ ਸਿਵਾ ਤੁਹਾਡਾ ਹੀ ਸਹਾਰਾ ਏ। ਤੁਸੀਂ ਵੀ ਆਪਣੀ ਹਿੰਮਤ ਹਾਰ ਦਿਓਗੇ ਤਾਂ ਕੀ ਬਣੂਗਾ? ਲਿਆਓ ਕਾਗਜ਼, ਮੈਂ ਇਜਾਜ਼ਤ ਲਿਖ ਦਿੰਦਾ ਵਾਂ। ਸਲੀਮ ਕਮਰੇ ਵਿੱਚ ਜਾ ਕੇ ਸਾਹਿਬਾਂ ਕੋਲੋਂ ਕਾਗਜ਼ ਤੇ ਕਲਮ ਲੈ ਆਇਆ ਤੇ ਮੁੰਸ਼ੀ ਜੀ ਕੋਲੋਂ ਆਪਰੇਸ਼ਨ ਕਰਨ ਦੀ ਇਜਾਜ਼ਤ ਲਿਖਵਾ ਲਈ। ਚੱਲਦਾ ਹੈ। ਧੰਨਵਾਦ।